ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨ ਧਰਈ ਕਾਨਾ। ਰਹਿ ਬਿਹੰਗਮ ਕਤੈ ਨ ਜਾਈ, ਅਗਹਿ ਗਹਿ ਗਹਿ ਗਗਨ ਰਹਾਈ। ਗੱਗਾ ਘਟ ਘਟ ਨਿਮਸੈ ਸੋਈ, ਘਟ ਫੂਟੇ ਘਟ ਕਬੈ ਨ ਹੋਈ। ਤਾਂ ਘਟ ਮੈਂ ਘਾਟ ਜੋ ਪਾਵਾ, ਸੋ ਘਟ ਛਾੜ ਅਵਗਟ ਕਤ ਧਾਵਾ। ਗੰਗਾ ਨਿਗ੍ਰਹਿ ਸਨੇਹ ਕਰ, ਨਿਰਵਾਰੋ ਸੰਦੇਹ। ਨਾਹੀ ਦੇਖ ਨ ਭਾਜੀਐ, ਪਰਮ ਸਿਆਣਪ ਇਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ, ਭਗਤ ਕਬੀਰ ਜੀ ਸਾਡੇ ਵਰਗੇ ਜਗਿਆਸੂਆਂ ਲਈ ਬੜੇ ਸਰਲ ਤਰੀਕੇ ਨਾਲ ਪਰਮਾਤਮਾ ਨਾਲ ਜੁੜਨ ਦੀ ਪ੍ਰੇਰਨਾ ਕਰ ਰਹੇ, ਕਿਉਂਕਿ ਸਾਡੇ ਸਵਾਲ ਵੀ ਨਿੱਕੇ ਨਿੱਕੇ ਮਨ ਵਿੱਚ ਉਪਜਦੇ ਰਹਿੰਦੇ ਹਨ, ਤੇ ਉਹਨਾਂ ਸਵਾਲਾਂ ਦੀ ਸੰਤੁਸ਼ਟੀ ਭਰਿਆ ਜਵਾਬ ਕੋਈ ਉਹ ਮਹਾਂਪੁਰਖ ਦੇ ਸਕਦਾ ਜਿਸ ਨੇ ਇਹਨਾਂ ਸਾਰੀਆਂ ਅਵਸਥਾਵਾਂ ਨੂੰ ਹੰਢਾਇਆ ਹੋਵੇ। ਜਿਵੇਂ ਅਸੀਂ ਆਮ ਬਚਪਨ ਤੋਂ ਸੁਣਦੇ ਆਏ ਹਾਂ ਕਿ ਜਿਹੜਾ ਟੀਚਰ ਹੈ ਉਹ ਇੱਕ ਮੋਮਬੱਤੀ ਦੀ ਨਿਆਈ ਹੈ। ਜਿਵੇਂ ਮੋਮਬੱਤੀ ਹਨੇਰੇ ਵਿੱਚ ਰੋਸ਼ਨੀ ਕਰਦੀ, ਪਰ ਆਪਣਾ ਆਪ ਗਵਾ ਲੈਂਦੀ। ਇਸੇ ਤਰ੍ਹਾਂ ਜਿਹੜੇ ਮਹਾਂਪੁਰਖ ਨੇ ਜਿਨ੍ਹਾਂ ਬਾਰੇ ਬਾਣੀ ਵਿੱਚ ਲਿਖਿਆ, ਜਨਮ ਮਰਨ ਦੋਹੂੰ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਉਹਨਾਂ ਦਾ ਕਾਰਜ ਹੀ ਹੁੰਦਾ, ਉਹ ਆਪ ਪਰਮੇਸ਼ਵਰ ਨਾਲ ਜੁੜਦੇ ਨੇ ਤੇ ਹੋਰਨਾਂ ਨੂੰ ਜੋੜਦੇ ਹਨ। ਕਈ ਵਾਰੀ ਕਈ ਲੋਕ ਸਵਾਲ ਕਰਦੇ ਨੇ, ਗੁਰੂ ਕੌਣ ਹੁੰਦਾ ਹੈ, ਗੁਰੂ ਦੀ ਕੀ ਪਛਾਣ ਹੈ? ਮੈਂ ਕਹਿੰਦਾ ਸਾਡੇ ਕੋਲ ਗੁਰਬਾਣੀ ਦੀ ਕਸਵੱਟੀ, ਉਹਦੇ ਉੱਤੇ ਪਰਖ ਕੇ ਦੇਖੋ। ਪਾਤਸ਼ਾਹ ਨੇ ਫਰਮਾਇਆ, ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਤਿਸ ਕੈ ਸੰਗ ਸਿਖ ਉਧਰੈ, ਨਾਨਕ ਹਰ ਗੁਣ ਗਾਓ। ਭਾਈ ਸਤਿਗੁਰੂ ਉਹੀ ਹੈ ਜਿਸ ਨੇ ਆਪ ਸਤਿਪੁਰਖ ਨੂੰ ਜਾਣ ਲਿਆ। ਇਸੇ ਲਈ ਗੁਰੂ ਮਹਾਰਾਜ ਨੇ 10 ਜਾਮੇ ਧਾਰ ਕੇ ਸਾਨੂੰ ਗੁਰਬਾਣੀ ਦੇ ਲੜ ਲਾਇਆ। ਔਰ ਜਗਤ ਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਤਾਂ ਪਹਿਲੇ ਜਾਮੇ ਵਿੱਚ ਹੀ ਨਿਰਣਾ ਕਰ ਦਿੱਤਾ ਸੀ। ਜਦੋਂ ਸਿੱਧਾਂ ਨੇ ਪੁੱਛਿਆ, ਕਵਣ ਮੂਲ ਕਵਣ ਮਤ ਵੇਲਾ, ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ। ਤੇ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਆਖਿਆ ਜਦੋਂ ਸਰੀਰ ਵਿੱਚ ਸਵਾਸ ਸ਼ੁਰੂ ਹੁੰਦੇ ਨੇ, ਇਹ ਜੀਵਨ ਦਾ ਆਰੰਭ ਹੈ, ਔਰ ਇਹ ਮਨੁੱਖਾ ਜੀਵਨ ਹੀ ਗੁਰੂ ਦੀ ਮੱਤ ਲੈਣ ਦਾ ਵੇਲਾ ਹੈ। ਔਰ ਗੁਰੂ ਸਰੀਰ ਨਹੀਂ, ਚੇਲਾ ਵੀ ਸਰੀਰ ਨਹੀਂ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਸ਼ਬਦ ਗੁਰੂ ਹੈ ਅਤੇ ਸੁਰਤ ਚੇਲਾ। ਤੋ ਇਸ 9 ਨੰਬਰ ਸ਼ਲੋਕ ਵਿੱਚ
ਭਗਤ ਜੀ ਕਹਿੰਦੇ ਨੇ, ਗੱਗਾ ਗੁਰ ਕੇ ਬਚਨ ਪਛਾਨਾ, ਗੱਗੇ ਅੱਖਰ ਦੁਆਰਾ ਸਿੱਖਿਆ ਦਿੰਦੇ। ਜਿਸ ਮਨੁੱਖ ਨੇ ਸਤਿਗੁਰੂ ਦੀ ਬਾਣੀ ਦੀ ਰਾਹੀਂ ਪਰਮਾਤਮਾ ਨਾਲ ਸਾਂਝ ਪਾ ਲਈ, ਭਾਵ ਉਹਨੂੰ ਪਰਮਾਤਮਾ ਦੀ ਹਸਤੀ ਦਾ ਗਿਆਨ ਹੋ ਗਿਆ, ਉਹਦੇ ਅੰਦਰ ਗੁਰੂ ਨੇ ਇਹ ਵਿਸ਼ਵਾਸ ਕਰ ਦਿੱਤਾ ਕਿ ਉਸ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਨਹੀਂ, ਇਸ ਲਈ ਤੈਨੂੰ ਉਸ ਪਰਮੇਸ਼ਰ ਨਾਲ ਹੀ ਜੁੜਨਾ ਚਾਹੀਦਾ। ਇਹ ਮਨੁੱਖਾ ਜਨਮ ਮਿਲਿਆ ਹੀ ਇਸ ਵਾਸਤੇ। 84 ਲੱਖ ਜੋਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੂਕੈ, ਸੋ ਆਏ ਜਾਏ ਦੁੱਖ ਪਾਏਂਦਾ। ਤੋ ਜਿਸ ਵਡਭਾਗੀ ਨੇ ਗੁਰੂ ਦੇ ਸ਼ਬਦ ਨਾਲ ਜੁੜ ਕੇ, ਮੈਂ ਤੇ ਗੁਰੂ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ ਕਰਦਾ। ਜਦੋਂ ਤੋਂ ਚੜ੍ਹਦੀ ਕਲਾ ਟਾਈਮ TV ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਹਿਜ ਪਾਠ ਇਹ ਕਰਾਇਆ ਗੁਰੂ ਨੇ ਹੈ, ਉਹਨੇ ਵਿਧ ਬਣਾਈ, ਉਹਨੇ ਉਦਮ ਬਖਸ਼ਿਆ, ਤੇ ਚੜ੍ਹਦੀ ਕਲਾ ਟਾਈਮ TV ਦੇ ਸੇਵਕਾਂ ਨੇ ਇਸ ਕਾਰਜ ਨੂੰ ਬੜਾ ਉੱਤਮ ਕਾਰਜ ਸਮਝ ਕੇ ਬੜੀ ਲਗਨ ਨਾਲ ਕੀਤਾ, ਤੇ ਬਾਣੀ ਦਾ ਪਾਠ ਘਰ ਘਰ ਵਿੱਚ ਸੁਣਨ ਲੱਗੇ। ਪ੍ਰੇਰਨਾ ਕਰਕੇ ਹੁਣ ਅਨੇਕਾਂ ਪ੍ਰੇਮੀ ਮਾਈ ਭਾਈ ਗੁਰਮਤਿ ਦੇ ਧਾਰਨੀ ਅਤੇ ਅਨਮਤੀਏ ਵੀ ਬਾਣੀ ਦਾ ਪਾਠ ਸੁਣਨ ਲੱਗ ਪਏ। ਕਈਆਂ ਨੇ ਇਸ ਪ੍ਰੇਰਨਾ ਨਾਲ ਬਾਣੀ ਦਾ ਪਾਠ ਆਪ ਕਰਨਾ ਸ਼ੁਰੂ ਕਰ ਦਿੱਤਾ। ਲਓ, ਗੁਰੂ ਦੇ ਬਚਨਾਂ ਨਾਲ ਸਾਂਝ ਪੈ ਗਈ। ਪਹਿਲਾਂ ਵੀ ਅਸੀਂ ਬਾਣੀ ਨੂੰ ਗੁਰੂ ਮੰਨਦੇ ਸਾਂ, ਪਰ ਮੱਥਾ ਟੇਕਦੇ ਸਾਂ, ਕੁਝ ਸੁਣਿਆ ਜਾਂ ਨਾ ਸੁਣਿਆ, ਬੈਠੇ ਜਾਂ ਨਾ ਬੈਠੇ, ਚਲੇ ਗਏ। ਪਰ ਜਦੋਂ ਗੁਰੂ ਕੇ ਬਚਨਾਂ ਨਾਲ ਆਪ ਸਾਂਝ ਬਣੀ, ਇੱਕ ਇੱਕ ਗੱਲ ਨੂੰ ਸਮਝ ਕੇ ਪੜ੍ਹਿਆ, ਤਥਾ ਸਮਝਣ ਦੀ ਇੱਛਾ ਹੋ ਗਈ। ਤੋ ਭਗਤ ਕਬੀਰ ਜੀ ਕਹਿੰਦੇ ਨੇ, ਗੱਗਾ ਗੁਰ ਕੇ ਬਚਨ ਪਛਾਨਾ। ਦੇਖੋ, ਸ਼ਬਦਾਵਲੀ ਬੜੀ ਸੁਖ ਹੈ ਨਾ, ਗੱਗੇ ਅੱਖਰ ਦੁਆਰਾ ਸਿੱਖਿਆ ਦਿੰਦੇ। ਜਿਸ ਮਨੁੱਖ ਨੇ, ਜਿਸ ਪ੍ਰਾਣੀ ਨੇ, ਜਿਸ ਵਡਭਾਗੀ ਜੀਵ ਨੇ ਗੁਰੂ ਦੇ ਬਚਨਾਂ ਦੁਆਰਾ ਪਛਾਣ ਲਿਆ, ਪ੍ਰਭੂ ਦੀ ਹਸਤੀ ਨੂੰ ਜਾਣ ਲਿਆ, ਉਹਦੇ ਨਾਲ ਸਾਂਝ ਪਾ ਲਈ, ਫਿਰ ਉਹਨੂੰ ਪ੍ਰਭੂ ਦੀ ਸਿਫਤ ਸਲਾਹ ਤੋਂ ਬਿਨਾਂ ਹੋਰ ਕੋਈ ਗੱਲ ਚੰਗੀ ਨਹੀਂ ਲੱਗਦੀ। ਇਸੇ ਲਈ ਗੁਰੂ ਨਾਨਕ ਪਾਤਸ਼ਾਹ ਨੇ ਜਪਜੀ ਸਾਹਿਬ ਵਿੱਚ ਫਰਮਾਇਆ ਹੈ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਕਈ ਪ੍ਰੇਮੀ ਸਵਾਲ ਕਰਦੇ ਨੇ ਕਿ ਨਾਮ ਕਿਵੇਂ ਜਪੀਏ, ਸਾਡੇ ਹਿਰਦੇ ਵਿੱਚ ਨਾਮ ਕਿਵੇਂ ਵਸ ਜਾਏ। ਮੈਂ ਕਹਿੰਦਾ, ਗੁਰੂ ਅਮਰਦਾਸ ਜੀ ਨੂੰ ਪੁੱਛੋ, ਉਹਨਾਂ ਨੇ ਬੜੇ ਸਰਲ ਤਰੀਕੇ ਨਾਲ ਸਮਝਾਇਆ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਹੁਣ ਜੇ ਉਸ ਹਸਤੀ ਦਾ ਸਾਨੂੰ ਪਤਾ ਹੋਵੇਗਾ, ਉਹਦੇ ਗੁਣਾਂ ਦਾ ਪਤਾ ਹੋਵੇਗਾ, ਉਹਦੀ ਮਹਾਨਤਾ ਦਾ ਪਤਾ ਹੋਵੇਗਾ, ਫਿਰ ਅਸੀਂ ਉਹਦੀ ਸਿਫਤ ਕਰਾਂਗੇ। ਦੇਖੋ, ਕੋਈ ਵੀ ਵਸਤੂ ਜਾਂ ਵਿਅਕਤੀ ਹੋਵੇ, ਜਦੋਂ ਤੀਕਰ ਉਹਦੇ ਗੁਣਾਂ ਦਾ ਸਾਨੂੰ ਪਤਾ ਨਹੀਂ, ਸਾਡੇ ਮਨ ਵਿੱਚ ਉਹਦੇ ਲਈ ਕੋਈ ਖਿੱਚ ਨਹੀਂ। ਪਰ ਜਦੋਂ ਸਾਨੂੰ ਉਸ ਵਿਅਕਤੀ ਜਾਂ ਵਸਤੂ ਦੇ ਗੁਣਾਂ ਦਾ ਪਤਾ ਲੱਗ ਜਾਂਦਾ, ਫਿਰ ਸਾਡੀ ਪਛਾਣ ਬਣ ਜਾਂਦੀ, ਸਾਂਝ ਬਣ ਜਾਂਦੀ। ਤੋ ਇਸ ਲਈ ਪਾਤਸ਼ਾਹ ਕਹਿੰਦੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ,
जप्यो सारिंग पानी। कर इशनान सिमर प्रभ अपना, मन तन भय अरोगा। कोट बिघन लाथे प्रभ शरणा, प्रगटे भले संजोगा। प्रभ बाणी शब्द सुपाखिया, गावो सुनो पढ़ो नित भाई। गुर पूरे तू लाखिया, गग्गा गुर के बचन पछाना। किन्ने प्रमाण गुरबाणी नूं पढ़ के पता लगता कि गुरु के बचन पढ़न दे नाल, गुरु की बाणी पढ़न दे नाल सानू परमात्मा दे गुणां दी पछाण हुंदी। रोज असी सुखमनी साहब च पढ़ते हैं, निर्गुणियार ए आन्या, सो प्रभ सदा संभाल। जिन किया तिस चीत रख, नानक निभहि नाल। अष्टपदी रमैया के गुण चेत परानी, कमन मूल ते कमन दृष्टानी। जिन तू साज सवार सिंगारिया, गर्भ अगन में जिन्हें उबारिया। बार व्यवस्था तुझे प्यारे दूध, पर जोबन भोजन सुख सूद। जो जो बाणी पढ़ांगे परमात्मा दे गुणां दा पता लगे, ਉਹਦੇ ਕੀਤੇ ਹੋਏ ਪਰਉਪਕਾਰਾਂ ਦਾ ਪਤਾ ਲੱਗੇ। ਲਓ ਭਗਤ ਕਬੀਰ ਜੀ ਨੇ ਇੱਕੋ ਹੀ ਪੰਗਤੀ ਵਿੱਚ ਕਿੱਡੀ ਵੱਡੀ ਗੱਲ ਸਮਝਾ ਦਿੱਤੀ। ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨ ਧਰਈ ਕਾਨਾ। ਉਹ ਫਿਰ ਦੂਜੀਆਂ ਹੋਰ ਕੱਚ ਪਿੱਚੀਆਂ ਗੱਲਾਂ ਕੰਨ ਨਹੀਂ ਧਰਦਾ, ਸੁਣਦਾ ਹੀ ਨਹੀਂ, ਉਹਨਾਂ ਤੋਂ ਬੇਪਰਵਾਹ ਹੋ ਜਾਂਦਾ। संतन अवर न काहू जानी, बेपरवाह सदा रंग हर कै, जाको पाक सुआमी। ਉਹ ਫਿਰ ਹੋਰ ਕਿਸੇ ਵੱਲ ਧਿਆਨ ਹੀ ਨਹੀਂ ਦਿੰਦਾ। ਜਿਵੇਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਨੇ, ਤੁਧ ਨੂੰ ਛੋੜ ਜਾਈਏ ਪ੍ਰਭ ਕੈਂਦ ਹਰ, ਆਨ ਨ ਬੀਆ ਤੇਰੀ ਸਮਸਰ। हे वाहिगुरु, तेरा दर छड़ के होर किधर जाइए, ते क्यों जाइए, तेरे बराबर कोई होर है ही नहीं। पर साध संगत ये गल उन्हां नूं समझ आउंदी है जिहड़े गुरु की बाणी दी विचार करके उस परमात्मा दी हस्ती नूं पछाण लैंदे। ते जिहड़े सिर्फ दिखावे दे सिख ने, ਕਹਿਣਗੇ ਅਸੀਂ ਵੀ ਗੁਰੂ ਕੇ ਸਿੱਖ ਹਾਂ, ਅਸੀਂ ਕਿਸੇ ਤੋਂ ਘੱਟ ਹਾਂ। ਬਈ ਅਸੀਂ ਕਿਸੇ ਨੂੰ ਘੱਟ ਵੱਧ ਹੋਣ ਦਾ ਸਰਟੀਫਿਕੇਟ ਨਹੀਂ ਦੇ ਸਕਦੇ। ਇਹ ਤਾਂ ਸਾਡੇ ਲੱਛਣਾਂ ਤੋਂ, ਸਾਡੇ ਕੰਮਾਂ ਤੋਂ ਹੀ ਪਤਾ ਲੱਗ ਜਾਂਦਾ ਵੀ ਇਹ ਗੁਰੂ ਕੇ ਸਿੱਖ ਹਨ ਕਿ ਨਹੀਂ। ਜਿਹੜੇ ਗੁਰੂ ਕੇ ਸਿੱਖ ਨੇ ਉਹ ਤਾਂ ਫਿਰ ਪਰਮਾਤਮਾ ਦਾ ਦਰ ਛੱਡ ਕੇ ਕਿਸੇ ਹੋਰ ਦਰ ਤੇ ਜਾਂਦੇ ਹੀ ਨਹੀਂ। ਕਿਸੇ ਸ਼ਾਇਰ ਨੇ ਇਸੇ ਲਈ ਕਿਹਾ, जिस दर पे झुके न सर, उसे कभी दर नहीं कहते। जो हर दर पे झुक जाए, उसे कभी सर नहीं कहते। गग्गा गुर के बचन पछाना, दूजी बात न धरई काना। रह बेहंगम कतै न जाई। बेहंगम ਦਾ ਆਖਰੀ ਅਰਥ ਹੈ ਪੰਛੀ। ਦੇਖੋ ਜਿਹੜੇ ਪੰਛੀ ਨੇ ਉਹ ਕਦੇ ਵੀ ਆਪਣੇ ਪੱਲੇ ਕੋਈ ਧਨ ਨਹੀਂ ਰੱਖਦੇ। ਪਾਤਸ਼ਾਹ ਨੇ ਲਿਖਿਆ ਹੈ ਕਿ ਜਿਹੜੇ ਪੰਛੀ ਨੇ ਉਹ ਤਾਂ ਬਿਰਖਾਂ ਦੀ ਤੇ ਪਾਣੀ ਦੀ ਆਸ ਤੇ ਰਹਿੰਦੇ, ਭਾਵ ਹੋਰ ਕਿਸੇ ਪਾਸੇ ਧਿਆਨ ਨਹੀਂ ਦਿੰਦੇ। ਅਸੀਂ ਤਾਂ ਜਮਾ ਕਰਨ ਤੇ ਲੱਗੇ ਹੋਏ, 10 ਵਸਤੂ ਲੈ ਪਾਛੇ ਪਾਵੇ, ਇੱਕ ਵਸਤ ਕਾਰਨ ਬਖੋਟ ਗਵਾਵੇ। ਅਸੀਂ ਹੈਗੇ ਇੱਥੇ ਪ੍ਰਾਹੁਣੇ ਆ, ਪਰ ਲੰਮੀਆਂ ਲੰਮੀਆਂ ਸਕੀਮਾਂ ਤੇ ਵਿਉਂਤਾਂ ਬਣਾਈ ਬੈਠੇ।
कहते जेड़ा गुरु के बचन द्वारा परमेश्वर नूं पछाण लैंदा, रह बेहंगम कतै न जाई, वो फिर पंछियां वाली बिरती धारण कर ले। ये शब्द बेहंगम तथा निहंग मैं दी डूंघाई विच गया भी निहंग क्यों कहते हैं। निहंग जिहड़े ने वो अपना सब साजो समान अपने कोल रखते हैं। एक आम बचन सुनिया, कहते कोई निहंग सिंह किसी दरखत ते चढ़न लगा तो वह अपने शस्त्र वगैरह जो भी झोड़े विच समान सब कुछ नाल ही रखते हैं। तो किसी ने आख्या निहंग सिंह जी ये समान तो थले रख दो। कहते भाई असी हुन्ने आ निहंग, साडा की पता उदां दे उदां ही चले जाइए। कहने का मतलब वो पिछे कोई पकड़ नहीं रखता। जिन्हों गुरु के बचनों द्वारा परमात्मा की पछाण हो जाती है, रह बेहंगम कतै न जाई, वो पंछियां वाली बिरती च रहिंदे और वो कदे भी उस परमात्मा का दर छड्ड के जिवें पंछी दरख्तां तो बिना होर किधरे नहीं जाते। इसे लिए बाणी च लिखिया है कि वो पंछी चंगे हैं ਜਿਹੜੇ जंगलों में रहिंदे ने, कक्कर चुगते ने ते कदे भी रब की आस नहीं छड्डदे। पर असी लोग ते खचत हो जाते। पर जिन्होंने गुरु के शब्द द्वारा पछाण आ जाती है, रह बेहंगम कतै न जाई, अगहा गह गह गगन रहाई। हुण इत्थे विद्वानां ने अगह के अर्थ वो मन जिहड़ा पकड़िया नहीं जाता, तथा वो परमात्मा जिहड़ा किसी के वस नहीं होंदा, दोवें अर्थ कीते। वो अपने मन नूं पकड़ लेंदे ने तथा उस परमात्मा नूं अपने हिरदे विच वसा लेंदे। गै गगन रहाई, फिर वो 10वें द्वार विच भाव उच्ची अवस्था विच रहिंदे। वो इस तरह दीयां गल्लां ना सोचते ने ना करते हैं जिवें असीं करते। वो जी कल का की बनेगा। गुरु अमरदास जी के जीवन की एक मिसाल आम तुसीं सुनी होवे। कहते जदों लंगर वरत जाता तो संगत की आवाजाही घट जाती, महाराज का हुक्म सी भी जेड़े बेजबान पशु ने उन्होंने पा दो, जे फिर भी बच जाए तो दरिया ब्यास विच मच्छियां नूं पा दो। तो कई सियाणे भी होंदे ने सिख, आंदे महाराज जे बचा रहेगा तो कल काम आ जाएगा। तो गुरु अमरदास जी कहन लगे जिन्हें अज दिता कल नहीं देवेगा। लो गल इन्नी है, गुरु के बचनों ते भरोसा करने वाले जिहड़े ने, गग्गा गुर के बचन पछाना, दूजी बात न धरई काना, रह बेहंगम कतै न जाई, अगह गह गह गगन रहाई। कग्गा घट घट निमसै सोई। कग्गे अखर द्वारा पातशाह फरमाते ने, उन्होंने भी यकीन हो जाता कि परमात्मा हर घट के अंदर विराजमान है, निवास रखता है। कग्गा घट घट निमसै सोई, घट फूटे घट कभै न होई। जे शरीर रूपी घड़ा टुट भी जाए तो परमात्मा की जिहड़ी हस्ती है उहदे विच कोई कमी नहीं आउंदी। जिवें घड़े की मिसाल दिती पातशाह भगत जी ने भी घड़ा जिहड़ा है 2 घड़े 4 घड़े 10 घड़े भर के रख दो पानी, जिस घड़े भी देखो तुहानूं आकाश नजर आए। हुण ये दसो आकाश एक है कि कई ने? तुसीं आखोगे जे घड़े विच वेखीए तो कई ने, जे उपर वेखीए तो इको ही। जे वो घड़े टुट जान तो फिर आकाश में तो कोई फर्क नहीं पैंदा। आख्या उन्होंने निश्चा हो जाता। कग्गा घट घट निमसै सोई, घट फूटे घट कबै न होई। हुण देखो एक घट का टैंका मुकता है,
ਇੱਕ ਘਟ ਦੇ ਟੈਂਕੇ ਨੂੰ ਸਿਹਾਰੀ ਹੈ, ਉਹਦਾ ਅਰਥ ਹੈ ਹਰ ਘਟ ਹਿਰਦੇ। ਇਹ ਜਿਹੜਾ ਘਟ ਹੈ ਸਰੀਰ ਰੂਪੀ ਘੜਾ ਟੁੱਟ ਜਾਏ ਤੇ ਪਰਮਾਤਮਾ ਦੀ ਹਸਤੀ ਕਦੇ ਉਹਨੂੰ ਫਰਕ ਨਹੀਂ ਪੈਂਦਾ। ਤਾਂ ਘਟ ਮੈਂ ਘਾਟ ਜੋ ਪਾਵਾਂ। ਹੁਣ ਇੱਥੇ ਘਟ ਦਾ ਟੈਂਕਾ ਮੁਕਤਾ ਜ਼ਰੂਰ ਹੈ, ਪਰ ਨਾਲ ਮੈਂ ਆ ਗਿਆ। ਜਿਨ੍ਹਾਂ ਨੇ ਇਸ ਸਰੀਰ ਵਿੱਚ ਹੁੰਦਿਆਂ ਉਸ ਪਰਮਾਤਮਾ ਦੀ ਹਸਤੀ ਰੂਪੀ ਘਾਟ ਟਿਕਾਣਾ ਲੱਭ ਲਿਆ। ਤਾਂ ਘਟ ਮੈਂ ਘਾਟ ਜੋ ਪਾਵਾ, ਸੋ ਘਟ ਛਾੜ ਅਬ ਘਟ ਘਟ ਧਾਵਾ। ਫਿਰ ਉਸ ਘਟ ਨੂੰ ਛੱਡ ਕੇ, ਉਸ ਆਸਰੇ ਨੂੰ ਛੱਡ ਕੇ, ਉਹ ਜੀਵ, ਉਹ ਪ੍ਰਾਣੀ, ਉਹ ਗੁਰਮੁਖ ਕਿਸੇ ਹੋਰ ਅਵਘਟ, ਕਿਸੇ ਮਾਇਆ ਦੀ ਖੱਡ ਵਿੱਚ ਨਹੀਂ ਡਿੱਗਦਾ, ਵਿਸ਼ੇ ਵਿਕਾਰਾਂ ਦੀ ਖੱਡ ਵਿੱਚ ਨਹੀਂ ਡਿੱਗਦਾ। ਹੁਣ ਦੇਖੋ, ਗੁਰੂ ਕੇ ਬਚਨ ਤੇ ਸਾਡੇ ਕੋਲ ਹਨ, ਪਰ ਅਸੀਂ ਉਹਨਾਂ ਦੁਆਰਾ ਪਛਾਣ ਨਹੀਂ ਕਰ ਰਹੇ। ਤੋ ਭਗਤ ਕਬੀਰ ਜੀ ਨੇ ਇਹਨਾਂ ਦੋ ਪਦਿਆਂ ਵਿੱਚ ਸਮਝਾਇਆ, ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨ ਧਰਈ ਕਾਨਾ, ਰਹਿ ਬੇਹੰਗਮ ਕਤੈ ਨ ਜਾਈ, ਅਗਹਿ ਗਹਿ ਗਹਿ ਗਗਨ ਰਹਾਈ। ਗੱਗਾ ਘਟ ਘਟ ਨਿਮਸੈ ਸੋਈ, ਘਟ ਫੂਟੇ ਘਟ ਕਭੈ ਨ ਹੋਈ। ਤਾਂ ਘਟ ਮੈਂ ਘਾਟ ਜੋ ਪਾਵਾ, ਸੋ ਘਟ ਛਾੜ ਅਬ ਘਟ ਘਟ ਧਾਵਾ। ਉਸ ਨੂੰ, ਜਿਸ ਨੂੰ ਪਰਮਾਤਮਾ ਦੀ ਸ਼ਰਨ ਦਾ ਟਿਕਾਣਾ ਮਿਲ ਗਿਆ, ਜਿਹਨੂੰ ਆਪਣੇ ਅੰਦਰ ਉਸ ਦੇ ਦਰਸ਼ਨ ਹੋ ਗਏ, ਉਹ ਫਿਰ ਹੋਰ ਕਿਸੇ ਪਾਸੇ ਨਹੀਂ ਭਟਕਦਾ, ਉਹਦਾ ਮਨ ਹੋਰ ਕਿਸੇ ਪਾਸੇ ਨਹੀਂ ਦੌੜਦਾ, ਔਰ ਉਹ ਸਦਾ ਉਸ ਪਰਮਾਤਮਾ ਨਾਲ ਜੁੜਿਆ ਰਹਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।